ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਗੱਲ ਕਰਾਂਗੇ ਇੱਕ ਵਿਸ਼ੇਸ਼ ਗੱਲ ਤੇ। ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਥਾਪੇ ਹੋਏ ਕਾਰਜਕਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹੇ ਜਾਂਦੇ ਹਨ, ਉਹ ਇਸ ਵੇਲੇ ਯੂਕੇ ਦੀ ਧਰਤੀ ਤੇ ਆਏ ਹੋਏ ਹਨ ਤੇ ਸੰਗਤ ਨੂੰ ਕੁਝ ਇੱਕ ਸਵਾਲ ਉਹਨਾਂ ਨੂੰ ਪੁੱਛਣੇ ਬਹੁਤ ਜ਼ਰੂਰੀ ਹਨ। ਅਸੀਂ ਗੱਲ ਕਰਾਂਗੇ 328 ਸਰੂਪਾਂ ਦੇ ਮਸਲੇ ਦਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਕਿ ਸਭ ਤੋਂ ਪਹਿਲਾਂ ਖਬਰ ਆਈ ਕਿ ਜਿਹੜੇ 266 ਸਰੂਪ ਨੇ ਉਹ ਗਾਇਬ ਹਨ। ਜਦੋਂ ਦਮਦਮਾ ਸਾਹਿਬ ਵਿਖੇ ਇੱਕ ਕਾਨਫਰੰਸ ਨੂੰ ਐਡਰੈਸ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁਝ ਅਜਿਹੀ ਟਿੱਪਣੀ ਕੀਤੀ। ਮੈਂ ਦੱਸ ਦਿਆਂ ਕਿ ਪਾਵਨ ਸਰੂਪ ਜਿਹੜੇ 266 ਹਨ ਉਹ ਗਾਇਬ ਨਹੀਂ ਹੋਏ। ਰਿਕਾਰਡ ਦੇ ਵਿੱਚ ਹੇਰਾਫੇਰੀ ਹੋਈ ਆ ਔਰ ਰਿਕਾਰਡ ਦੇ ਵਿੱਚ ਜਿਹੜੀ ਹੇਰਾਫੇਰੀ ਹੋਈ ਆ ਉਹਦੀ ਜਾਂਚ ਚੱਲ ਰਹੀ ਆ। ਫਾਈਨਲ ਰਿਪੋਰਟ ਜਿਹੜੀ ਆਊਗੀ ਉਦੋਂ ਪਤਾ ਲੱਗੂਗਾ ਕਿ ਕੌਣ ਜਿਹੜੇ ਆ ਉਹ ਦੋਸ਼ੀ ਆ। ਹੁਣ ਜਦੋਂ ਜਾਂਚ ਕਮੇਟੀ ਦੀ ਫਾਈਨਲ ਰਿਪੋਰਟ ਆ ਚੁੱਕੀ ਹੈ ਔਰ 266 ਨਹੀਂ ਬਲਕਿ 328 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਹੈ, ਕੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਸ ਵੇਲੇ ਇਹ ਟਿੱਪਣੀ ਕਰਕੇ ਸੰਗਤਾਂ ਨੂੰ ਗੁੰਮਰਾਹ ਨਹੀਂ ਕੀਤਾ? ਕੀ ਸਿਰੇ ਦਾ ਝੂਠ ਨਹੀਂ ਬੋਲਿਆ? ਤੇ ਕੀ ਅੱਜ ਤੱਕ ਉਹ ਸਰੂਪ ਕਿੱਥੇ ਨੇ ਜਾਂ ਕਿਸ ਕੋਲ ਗਏ ਜਾਂ ਕਿਸ ਦੀ ਸ਼ਹਿ ਤੇ ਗਏ? ਕੀ ਇਸ ਦੇ ਬਾਰੇ ਕੋਈ ਗੱਲ ਸਾਬਿਤ ਹੋਈ ਹੈ? ਇਸ ਨੂੰ ਕਰਪਸ਼ਨ ਦਾ ਮਾਮਲਾ ਕਹਿ ਕੇ, ਇਸ ਨੂੰ ਰਿਕਾਰਡ ਦੀ ਹੇਰਾਫੇਰੀ ਦਾ ਮਾਮਲਾ ਕਹਿ ਕੇ ਕਿਸ ਨੂੰ ਬਚਾਇਆ ਜਾ ਰਿਹਾ ਹੈ ਤੇ ਕਿਸ ਨੂੰ ਜਿਹੜਾ ਪਰਦਾ ਨਸ਼ੀਨ ਕੀਤਾ ਜਾ ਰਿਹਾ ਹੈ? ਆਖਿਰ ਗੱਲ ਸਵਾਲ ਇੱਕ ਅਹਿਮ ਹੋਰ ਵੀ ਹੈ। ਜਿਹੜੇ ਲੋਕ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸਨ, ਜਿਹੜੇ ਲੋਕਾਂ ਨੇ ਆਪਣੀ ਆਵਾਜ਼ ਚੁੱਕੀ, ਉਹਨਾਂ ਨੂੰ ਇਹ ਕਿਹਾ ਗਿਆ ਔਰ ਸੰਗਤ ਨੂੰ ਪ੍ਰਵੋਕ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿ ਉਹਨਾਂ ਦੇ ਖਿਲਾਫ ਸੰਗਤ ਜਿਹੜੀ ਹੈ ਆ ਕੇ ਖੜੇ ਔਰ ਕਿਸੇ ਨੂੰ ਵੀ ਸੰਸਥਾਵਾਂ ਦੀ ਬੇਅਦਬੀ ਕਰਨ ਦਾ ਹੱਕ ਨਹੀਂ ਦਿੱਤਾ ਜਾਏਗਾ। ਕੀ ਸਵਾਲ ਪੁੱਛਣਾ ਬੇਅਦਬੀ ਹੈ? ਕੀ ਆਪਣੇ ਗੁਰੂ ਸਾਹਿਬ ਆਪਣੇ ਇਸ਼ਟ ਦੇ ਲਈ ਇਹ ਪੁੱਛਣਾ ਕਿ ਉਹ ਸਰੂਪ ਕਿੱਥੇ ਨੇ, ਕਿ ਇਹ ਬੇਅਦਬੀ ਹੈ? ਕਿ ਜਾਂ ਫਿਰ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਦਮਦਮਾ ਸਾਹਿਬ ਤੋਂ ਝੂਠ ਬੋਲਣਾ ਇਹ ਬੇਅਦਬੀ ਹੈ? ਸੋ ਸੰਗਤ ਜੀ, ਇਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਸੀਂ ਉੱਠੋ ਖੜੋ ਸਵਾਲ ਪੁੱਛੋ ਕਿ ਜਿਹੜਾ ਆਪਣੇ ਆਪ ਨੂੰ ਜਥੇਦਾਰ ਅਖਵਾਉਂਦਾ ਹੈ, ਜੇ ਉਹ ਸਾਡੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਸੁਹਿਰਦ ਨਹੀਂ, ਇਮਾਨਦਾਰ ਨਹੀਂ, ਫਿਰ ਕੀ ਉਹ ਜਥੇਦਾਰ ਕਹਾਣ ਦੇ ਯੋਗ ਹੈ? ਸੰਗਤ ਜੀ, ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਣ ਵਾਲੇ ਸਵਾਲਾਂ ਦੀ ਅਗੜੀ ਕੜੀ ਵਿੱਚ ਆਪ ਜੀ ਲਈ ਕੁਝ ਇੱਕ ਸਵਾਲ ਲੈ ਕੇ ਆਏ ਹਾਂ ਜੋ ਇਹਨਾਂ ਨੂੰ ਪੁੱਛਣੇ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾ ਸਵਾਲ, ਕੀ ਤੁਸੀਂ ਪੰਥਕ ਰਿਵਾਇਤ ਤੇ ਇਤਿਹਾਸਿਕ ਪਰੰਪਰਾ ਸਰਬੱਤ ਖਾਲਸਾ 'ਚ ਕੋਈ ਵਿਸ਼ਵਾਸ ਰੱਖਦੇ ਹੋ? ਜੇ ਰੱਖਦੇ ਹੋ ਤਾਂ 2015 ਦੇ ਸਰਬੱਤ ਖਾਲਸਾ ਦੇ ਗੁਰਮਤਿਆਂ ਤੋਂ ਮੁਨਕਰ ਕਿਉਂ ਹੋ? ਦੂਸਰਾ ਸਵਾਲ, ਜਦ ਕਿ ਹੁਣ ਭਲੀ ਭਾਂਤੀ ਪਤਾ ਲੱਗ ਚੁੱਕਾ ਹੈ ਕਿ ਬਾਦਲਾਂ ਦੇ ਲਿਫਾਫੇ 'ਚੋਂ ਨਿਕਲੇ ਜਥੇਦਾਰ ਨੇ ਬਿਨਾਂ ਮੰਗੇ ਡੇਰਾ ਸਿਰਸਾ ਜੋ ਕਿ ਇੱਕ ਸਿੱਖ ਪੰਥ ਦਾ ਦੋਖੀ ਡੇਰਾ ਹੈ, ਉਸ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਸੀ। ਬਲਕਿ ਕੇਵਲ ਇੰਨਾ ਹੀ ਨਹੀਂ, ਲੱਖਾਂ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ 'ਚੋਂ ਉਸ ਮਾਫੀ ਨੂੰ ਪਬਲਿਸਾਈਜ਼ ਕਰਨ ਲਈ ਖਰਚੇ ਸਨ। ਕੀ ਤੁਸੀਂ ਉਸੇ ਹੀ ਲਿਫਾਫੇ 'ਚੋਂ ਨਿਕਲੀ ਆਪਣੇ ਜਥੇਦਾਰੀ ਨੂੰ ਕਿਵੇਂ ਸਵੀਕਾਰ ਕਰਦੇ ਹੋ? ਜੇ ਤੁਸੀਂ ਇਸ ਲਿਫਾਫਾ ਕਲਚਰ ਦੇ ਅਗੇਂਸਟ ਹੋ ਤੇ ਅੱਜ ਤੱਕ ਤੁਸੀਂ ਉਹਨਾਂ ਜਥੇਦਾਰਾਂ ਤੇ ਉਸ ਬਾਦਲ ਪਰਿਵਾਰ ਜਿਨ੍ਹਾਂ ਬਿਨਾਂ ਮੰਗੇ ਡੇਰੇ ਸਿਰਸੇ ਨੂੰ ਮਾਫੀ ਦਿੱਤੀ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲਿਆ? ਬਲਕਿ ਐਕਸ਼ਨ ਕੀ ਨਹੀਂ, ਅੱਜ ਤੱਕ ਤੁਸੀਂ ਇਸ ਗੱਲ ਤੇ ਮੌਨ ਕਿਉਂ ਧਾਰੀ ਹੋਈ ਹੈ? ਕੀ ਤੁਸੀਂ ਇਸ ਪਰਿਵਾਰ ਨੂੰ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਜੋ ਕਿ ਪੰਥ ਦਾ ਇੱਕ ਵੱਡਾ ਗੱਦਾਰ ਗਰਦਾਨਿਆ ਗਿਆ, ਉਸ ਨੂੰ ਦਿੱਤੇ ਫਕਰੇ ਪੰਥ ਦੇ ਉੱਤੇ ਤੁਹਾਡਾ ਕੀ ਸਟੈਂਸ ਹੈ? ਕੀ ਤੁਸੀਂ ਉਸ ਨੂੰ ਫਕਰੇ ਪੰਥ ਮੰਨਦੇ ਹੋ? ਤੇ ਜੇ ਮੰਨਦੇ ਹੋ ਤੇ ਤੁਹਾਨੂੰ ਕਿਹੋ ਜੀ ਸੇਵਾ ਲੱਗਦੀ ਹੈ ਜੋ ਬਾਦਲ ਪਰਿਵਾਰ ਨੇ ਨਿਭਾਈ ਹੈ ਅੱਜ ਤੱਕ, ਜਿਸ ਲਈ ਉਹਨੂੰ ਫਕਰੇ ਪੰਥ ਦਿੱਤਾ ਗਿਆ? 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਬਾਦਲ ਨੂੰ ਪੰਥ ਦਾ ਗੱਦਾਰ ਕਰਦਾਨ ਦਿੱਤਾ ਸੀ। ਸਿਰਫ ਇੰਨਾ ਹੀ ਨਹੀਂ, 11 ਫਰਵਰੀ 1999 ਨੂੰ ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਇਸ ਨੂੰ ਅਮਰਵੇਲ ਤੇ ਬਾਬਰ ਦੇ ਨਾਲ ਇਸ ਦੀ ਤੁਲਨਾ ਕੀਤੀ ਸੀ। ਕੀ ਤੁਹਾਡਾ ਇਹਨਾਂ ਦੋਨਾਂ ਹੀ ਗੁਰਮਤਿਆਂ ਤੇ ਕੀ ਫੈਸਲਾ ਹੈ? ਕੀ ਤੁਸੀਂ ਇਸ ਨੂੰ ਠੀਕ ਸਮਝਦੇ ਹੋ ਜਾਂ ਗਲਤ ਸਮਝਦੇ ਹੋ? ਬਾਦਲਾਂ ਦੀ ਦੇਹਧਾਰੀ ਗੁਰਦਮ ਨੂੰ ਇੱਕ ਵੱਡੀ ਲਿਸਟ ਹੈ ਮੇਰੇ ਕੋਲ ਜੋ ਕਿ ਮੈਂ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦਾ।
1977 ਵਿੱਚ ਰਾਧਾ ਸਵਾਮੀ ਡੇਰੇ ਨੂੰ ਸਰਕਾਰੀ ਜ਼ਮੀਨ ਦੇ ਕੇ ਉਭਾਰਿਆ। 1978 ਵਿੱਚ ਨਕਲੀ ਨਿਰੰਕਾਰੀਆਂ ਨੂੰ ਖਾਲਸਾ ਪ੍ਰਗਟ ਦਿਵਸ ਤੇ ਗੁਰੂ ਦੀ ਨਗਰੀ ਸ੍ਰੀ ਗੁਰੂ ਅੰਮ੍ਰਿਤਸਰ ਵਿਖੇ ਬੁਲਾ ਕੇ ਔਰ ਉਹਦੇ ਤੋਂ 13 ਸਿੰਘਾਂ ਦੀ ਸ਼ਹੀਦੀ ਤੇ 78 ਸਿੰਘਾਂ ਨੂੰ ਜ਼ਖਮੀ ਕੀਤਾ ਗਿਆ ਔਰ ਉਹਨੂੰ ਫੜਨ ਦੀ ਬਜਾਏ ਜਾਂ ਉਸ ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸੇਫ ਪੈਸੇਜ ਦੇ ਕੇ ਪੰਜਾਬ ਦੇ ਬਾਰਡਰਾਂ ਤੋਂ ਕੱਢਿਆ। ਔਰ ਇਹ ਸਭ ਕੁਝ ਹੋਇਆ ਜਦੋਂ ਬਾਦਲ ਇਸ ਸਟੇਟ ਪੰਜਾਬ ਸਟੇਟ ਦਾ ਮੁਖੀ ਸੀ। ਕੇਵਲ ਇੰਨਾ ਹੀ ਨਹੀਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਕੇ ਸ਼ਬਦ ਗੁਰੂ ਤੇ ਗੁਰਮਤਿ ਸਿਧਾਂਤਾਂ ਦਾ ਅਪਮਾਨ ਕੀਤਾ ਗਿਆ। ਇਹ ਵੀ ਬਾਦਲ ਦੀ ਸਰਪ੍ਰਸਤੀ ਵਿੱਚ ਹੋਇਆ। ਸੰਗਤ ਜੀ, ਇੰਨਾ ਕਾਂਡ ਹੋਇਆ ਔਰ ਇੰਨੇ ਜ਼ਿਆਦਾ ਗੁਰਡਮ ਨੂੰ ਉਭਾਰਿਆ ਗਿਆ ਔਰ ਫਿਰ ਵੀ ਸਾਡੇ ਅੱਜ ਦੇ ਜਥੇਦਾਰ ਨੇ ਉਫ ਨਹੀਂ ਕੀਤੀ, ਸੀ ਨਹੀਂ ਕੀਤੀ। ਸੰਗਤ ਜੀ, ਸਵਾਲ ਪੁੱਛਣ ਦੀ ਲੋੜ ਹੈ। ਸਵਾਲ ਪੁੱਛਣ ਦਾ ਹੱਕ ਗੁਰੂ ਸਾਹਿਬ ਨੇ ਖਾਲਸੇ ਨੂੰ ਦਿੱਤਾ ਹੈ। ਗੁਰੂ ਸਾਹਿਬ ਨੇ ਖਾਲਸਾ ਨੂੰ ਖਾਲਸਾ ਪੰਥ ਦੀ ਪਦਵੀ ਦਿੱਤੀ ਹੈ। ਸੋ ਆਓ ਆਪਣੇ ਜਿਹੜਾ ਭਵਿੱਖ ਹੈ ਉਸ ਦਾ ਫੈਸਲਾ ਆਪਣੇ ਹੱਥ ਰੱਖੀਏ, ਨਾ ਕਿ ਕਿਸੇ ਅਜਿਹੇ ਸ਼ਖਸ ਦੇ ਹੱਥ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਂਟੀਮੈਂਟ ਨੂੰ ਯੂਜ਼ ਕਰਕੇ ਸਾਨੂੰ ਅਬਿਊਜ਼ ਕਰੇ। ਸੋ ਆਓ ਰਲ ਮਿਲ ਕੇ ਇਹ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛੀਏ। ਗਿਆਨੀ ਹਰਪ੍ਰੀਤ ਸਿੰਘ ਜੋ ਕਿ ਇਨੀ ਦਿਨੀ ਯੂਕੇ ਦੇ ਦੌਰੇ ਤੇ ਹਨ, ਉਹਨਾਂ ਨੂੰ ਪੁੱਛਣ ਵਾਲੇ ਕੁਝ ਇੱਕ ਸਵਾਲ ਬਣਦੇ ਹਨ। ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਇੱਕ ਇਕੱਤਰਤਾ ਬੁਲਾਈ ਗਈ ਜਿਸ ਦਾ ਮੁੱਖ ਵਿਸ਼ਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ। ਇਸ ਪ੍ਰੋਗਰਾਮ ਦੇ ਵਿੱਚ ਦੋ ਅਜਿਹੀਆਂ ਗੱਲਾਂ ਹੋਈਆਂ ਜਿਸ ਨੂੰ ਸਿੱਖ ਕੌਮ ਤੇ ਪੰਥ ਦਰਦੀ ਹਜ਼ਮ ਨਹੀਂ ਕਰ ਪਾ ਰਹੇ। ਪਹਿਲੀ ਗੱਲ ਇਹ ਕਿ ਉੱਥੇ SIT ਦੇ ਮੁਖੀ ਰਣਬੀਰ ਸਿੰਘ ਖੱਟੜੇ ਨੂੰ ਸੱਦਿਆ ਗਿਆ, ਜੋ ਕਿ ਇੱਕ IPS ਅਫਸਰ ਹੈ, ਜਿਹੜਾ ਕਿ ਅਲੈਜਡਲੀ ਸਿੱਖ ਨੌਜਵਾਨੀ 100ਵਾਂ ਹੀ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨੀ ਦੇ ਕਤਲ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਕੀ ਅਜਿਹੇ ਸ਼ਖਸ ਨੂੰ, ਜਿਸ ਨੂੰ ਕਿ ਅਕਾਲ ਤਖਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ, ਤਲਬ ਕਰਨ ਦੀ ਬਜਾਏ ਉਸ ਨੂੰ ਬੁਲਾ ਕੇ ਉੱਥੇ ਸਨਮਾਨ ਦੇਣਾ, ਕੀ ਗਿਆਨੀ ਹਰਪ੍ਰੀਤ ਸਿੰਘ ਇਸ ਦੇ ਨਾਲ ਸਹਿਮਤ ਹਨ? ਕੀ ਸਿੱਖ ਨੌਜਵਾਨੀ ਦੇ ਇਸ ਕਾਤਲ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਾਉਣ ਵਾਲੇ ਸ਼ਖਸ ਦੇ ਦਿਲ ਵਿੱਚ ਕੋਈ ਗੁੱਸਾ ਨਹੀਂ? ਕੀ ਕੋਈ ਸਵਾਲ ਨਹੀਂ? ਪਹਿਲਾ ਸਵਾਲ। ਦੂਸਰਾ ਸਵਾਲ ਇਸ ਸੰਦਰਭ ਵਿੱਚ ਹੈ ਕਿ ਕੀ ਉਸ ਸ਼ਖਸ ਨੂੰ, ਜਿਸ ਨੂੰ ਕਿ ਤਲਬ ਕਰਨਾ ਚਾਹੀਦਾ ਸੀ, ਉਹਦੇ ਹੱਥ ਇਨਸਾਫ ਦਾ ਤਰਾਜ਼ੂ ਫੜਾਇਆ ਗਿਆ ਇਹ ਕਹਿ ਕੇ ਕਿ ਇਹ SIT ਦਾ ਮੁਖੀ ਹੈ, ਜਦ ਕਿ ਹੋਰ ਵੀ ਰਿਪੋਰਟਾਂ ਆਈਆਂ ਸਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿਉਂ ਨਹੀਂ ਸੱਦਿਆ ਗਿਆ? ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਕਿਉਂ ਨਹੀਂ ਸੱਦਿਆ ਗਿਆ? ਹੋਰ ਕਿੰਨੀਆਂ ਕਮਿਸ਼ਨਾਂ ਬੈਠੀਆਂ, ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ? ਇਹਨੂੰ ਹੀ ਕਿਉਂ ਸੱਦਿਆ ਗਿਆ? ਕੀ ਇਸ ਦੀ ਬਣਾਈ ਹੋਈ ਰਿਪੋਰਟ, ਕੀ ਇਸ ਦੀ ਦਿੱਤੀ ਹੋਈ ਦਲੀਲ ਕੀ ਮੁੜ ਕੇ ਰੁਪਿੰਦਰ ਸਿੰਘ ਪੰਜਗਰਾਈਆਂ ਨੂੰ ਹੀ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਦਿੰਦੀ ਹੈ, ਜਿਸ ਦਾ ਕਿ ਪਹਿਲਾਂ ਟੌਰਚਰ ਵੀ ਕੀਤਾ ਗਿਆ ਔਰ ਟੌਰਚਰ ਕਰਕੇ ਇਹਦੀ ਰਿਪੋਰਟ ਦੇ ਆਧਾਰ ਤੇ ਸੁਖਬੀਰ ਬਾਦਲ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਇਹ ਵੀ ਕਹਿ ਗਿਆ ਕਿ ਇਹ ਕੇਸ ਸੋਲਵ ਹੋ ਗਿਆ ਬੇਦਬੀ ਦਾ। ਬਾਅਦ ਵਿੱਚੋਂ ਜਦ ਕਿ ਸੱਚ ਸਾਹਮਣੇ ਆਇਆ ਤੇ ਡੇਰੇ ਸਿਰਸੇ ਦੀ ਇਨਵੋਲਵਮੈਂਟ ਮੰਨੀ ਗਈ। ਦੂਸਰੀ ਉੱਥੇ ਜਿਹੜੀ ਅਦੁੱਲੀ ਹੋਈ ਹੈ ਉਹ ਕੁਝ ਇਸ ਪ੍ਰਕਾਰ ਹੈ ਕਿ ਉੱਥੇ ਇਸ ਸਮੇਂ ਦੀ ਬੀਬੀ ਜਗੀਰ ਕੌਰ, ਜਿਹੜੀ ਕਿ SGPC ਦੀ ਪ੍ਰਧਾਨ ਹੈ, ਉਸਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਮੈਂ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ। ਪਹਿਲਾ, ਇਹ ਕਿਹਾ ਗਿਆ ਕਿ ਬੇਦਬੀ ਦੇ ਦੋਸ਼ੀ ਧਰਨਾ ਲਾਉਣ ਵਾਲੇ ਪ੍ਰਚਾਰਕ ਹੀ ਹਨ। ਦੂਸਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਹੀ ਨਹੀਂ ਸਕਦੀ, ਐਵੇਂ ਕਹੀ ਜਾਂਦੇ ਹਨ, ਬੇਦਬੀ ਬੇਦਬੀ ਬੇਦਬੀ। ਤੀਸਰਾ, ਹਾਈ ਕੋਰਟ ਵਿੱਚ ਫਾਈਲ ਭਵਾ ਕੇ ਮਾਰਨ ਨਾਲ ਬੈਬਲ ਕਲਾਂ ਗੋਲੀकांड ਦਾ ਕੇਸ ਖਤਮ ਹੋ ਚੁੱਕਾ ਹੈ। ਚੌਥਾ, ਬਿੱਟੂ ਦਾ ਜੇਲ੍ਹ ਵਿੱਚ ਕਤਲ ਇਸ ਲਈ ਕਰਾਇਆ ਗਿਆ ਕਿਉਂਕਿ ਕੜੀ ਹੋਰ ਥਾਂ ਜੁੜਨ ਦਾ ਡਰ ਸੀ। ਕੀ ਬੀਬੀ ਦੀਆਂ ਇਹ ਗੱਲਾਂ ਬੇਦਬੀ ਤੇ ਗੋਲੀकांड ਦੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਨ ਵਾਲੀਆਂ ਨਹੀਂ? ਕੀ ਡੇਰਾ ਸਿਰਸਾ ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇਣ ਵਾਸਤੇ ਇਹ ਸਮਾਗਮ ਨਹੀਂ ਕੀਤਾ ਗਿਆ? ਬਲਕਿ ਇਸ ਤੋਂ ਵੀ ਵੱਧ ਇਹ ਗੱਲ ਹੈ ਕਿ ਜਿਨ੍ਹਾਂ ਨੇ ਇਹ ਬੇਦਬੀ ਕਰਾਈ ਉਹਨਾਂ ਨੂੰ ਦੋਸ਼ ਮੁਕਤ ਕਰਕੇ ਸਿੱਖ ਪ੍ਰਚਾਰਕਾਂ ਦੇ ਸਿਰ ਤੇ ਹੀ ਬੇਦਬੀ ਨੂੰ ਮੜ ਦਿੱਤਾ ਗਿਆ। ਸੋ ਸੰਗਤ ਜੀ, ਸਵਾਲ ਪੁੱਛਣ ਵਾਲੇ ਕੁਝ ਇਸ ਤਰ੍ਹਾਂ ਦੇ ਹਨ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਸਿੱਖਾਂ ਨੂੰ ਹੀ ਦੋਸ਼ੀ ਮੰਨਦੇ ਨੇ ਗੁਰੂ ਸਾਹਿਬ ਦੀ ਬੇਦਬੀ ਲਈ? ਤੇ ਕੀ ਜਿਹੜਾ ਸ਼ਖਸ ਆਪਣੇ ਆਪ ਨੂੰ ਜਥੇਦਾਰ ਅਖਵਾਉਂਦਾ ਹੈ, ਜੇ ਉਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਲਈ ਇਮਾਨਦਾਰ ਨਹੀਂ, ਉਹਨਾਂ ਦੇ ਬੇਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇਮਾਨਦਾਰ ਨਹੀਂ,
ਬਲਕਿ ਇੱਕ ਸਿੱਖ ਨੌਜਵਾਨੀ ਦੇ ਕਾਤਲ ਦੇ ਹੱਥ ਇਨਸਾਫ ਦਾ ਤਰਾਜੂ, ਅਕਾਲ ਤਖਤ ਸਾਹਿਬ ਦੇ ਇਨਸਾਫ ਦਾ ਤਰਾਜੂ ਫੜਾਉਂਦਾ ਹੈ, ਕੀ ਕੌਮ ਇਸ ਨੂੰ ਇਹ ਸਵਾਲ ਨਹੀਂ ਪੁੱਛੇਗੀ? ਸੰਗਤ ਜੀ, ਫੈਸਲਾ ਤੇ ਆਪ ਦੀ ਕਚਹਿਰੀ ਵਿੱਚ ਹੈ। ਇਹ ਸਵਾਲ ਪੁੱਛੇ ਜਾਣ ਔਰ ਇਹਨਾਂ ਦੇ ਜਵਾਬ ਜਿਹੜੇ ਨੇ ਉਹ ਸਿੱਖ ਸੰਗਤ ਲੈ ਕੇ ਰਵੇ। ਸੰਗਤ ਜੀ, ਗਿਆਨੀ ਹਰਪ੍ਰੀਤ ਸਿੰਘ ਜੋ ਕਿ ਯੂਕੇ ਦੇ ਦੌਰੇ ਤੇ ਆਏ ਹੋਏ ਹਨ, ਉਹਨਾਂ ਨੂੰ ਪੁੱਛਣ ਵਾਲੇ ਕੁਝ ਇੱਕ ਹੋਰ ਸਵਾਲ ਆਪ ਜੀ ਦੇ ਅੱਗੇ ਨਸ਼ਰ ਕਰ ਰਹੇ ਹਾਂ। ਗਿਆਨੀ ਜੀ, ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਬਾਦਲ ਸਰਕਾਰ ਵੇਲੇ ਬਹੁਤ ਸਾਰੀ ਸਿੱਖ ਨੌਜਵਾਨੀ ਦਾ ਪੁਲਿਸ ਦੀਆਂ ਗੋਲੀਆਂ ਦੇ ਨਾਲ ਕਤਲ ਹੋਇਆ। ਜੇ ਅਸੀਂ ਪਿਛਲੇ ਹੀ ਕੁਝ ਸਾਲਾਂ 'ਚ ਦੇਖੀਏ ਤੇ ਆਸ਼ੂਤੋਸ਼ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਸੰਗਤ ਤੇ ਗੋਲੀ ਚਲਾ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। ਉਸ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਸਜ਼ਾ ਨੂੰ ਘਟਾਉਣ ਵਾਸਤੇ ਜਿਹੜਾ ਇੱਕ ਮੁਜ਼ਾਹਰਾ ਚੱਲ ਰਿਹਾ ਸੀ, ਉਸ ਵਿੱਚ ਵੀ ਪੁਲਿਸ ਦੀ ਗੋਲੀ ਦੇ ਨਾਲ ਇੱਕ ਨੌਜਵਾਨ ਸ਼ਹੀਦ ਹੁੰਦਾ ਹੈ। ਫਿਰ ਉਸ ਤੋਂ ਬਾਅਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਹੋ ਰਿਹਾ ਸੀ, ਉਹਦੇ ਵਿੱਚ ਵੀ 2 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਹ ਸਭ ਕੁਝ ਬਾਦਲ ਦੀ ਸਰਕਾਰ ਹੁੰਦਿਆਂ ਹੋਇਆ। ਕੀ ਅੱਜ ਤੱਕ ਤੁਸੀਂ ਇਹਨਾਂ ਘਟਨਾਵਾਂ ਨੂੰ ਲੈ ਕੇ ਮੂਕ ਦਰਸ਼ਕ ਕਿਉਂ ਬਣੇ ਹੋਏ ਹੋ? ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਕੀ ਤੁਸੀਂ ਬਾਦਲ ਪਰਿਵਾਰ ਨੂੰ ਦੋਸ਼ੀ ਮੰਨਦੇ ਹੋ ਜਾਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰੋਗੇ? ਦੂਸਰਾ ਸਵਾਲ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਹ ਸਾਬਤ ਕਰ ਚੁੱਕੀ ਹੈ ਔਰ ਗੁਰਮੁਖ ਸਿੰਘ ਦੇ ਪਹਿਲੀਆਂ ਗਵਾਹੀਆਂ ਇਹ ਸਾਬਤ ਕਰ ਚੁੱਕੀਆਂ ਹੈ ਕਿ ਬਾਦਲ ਪਰਿਵਾਰ ਉਸ ਮਾਫੀਨਾਮੇ ਦੇ ਪਿੱਛੇ ਵੀ ਸੀ ਤੇ ਕਿਤੇ ਨਾ ਕਿਤੇ ਬੇਦਬੀ ਦੇ ਦੋਸ਼ ਨੂੰ ਢੱਕਣ ਦੀ ਜਿਹੜੀ ਇੱਕ ਸਾਜ਼ਿਸ਼ ਤਹਿਤ ਕੋਸ਼ਿਸ਼ ਕੀਤੀ ਉਹ ਬਾਦਲ ਪਰਿਵਾਰ ਦੀ ਸੀ। ਇਸ ਬਾਰੇ ਤੁਹਾਡੀ ਕੀ ਰਾਏ ਹੈ? ਤੇ ਜੇ ਕੀ ਤੁਸੀਂ ਉਸ ਰਿਪੋਰਟ ਨਾਲ ਸਹਿਮਤ ਹੋ ਤੇ ਫਿਰ ਅੱਜ ਤੱਕ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲਿਆ? ਗੋਬਿੰਦ ਸਿੰਘ ਲੋਂਗੋਵਾਲ ਜੋ ਕਿ ਜਿਸ ਦੀ ਸਰਪ੍ਰਸਤਗੀ ਵਿੱਚ ਤੁਸੀਂ ਅਕਾਲ ਤਖਤ ਸਾਹਿਬ ਦਾ ਅਹੁਦਾ ਸੰਭਾਲਿਆ ਕਾਰਜਕਾਰੀ ਜਥੇਦਾਰ ਦੇ ਤੌਰ ਤੇ, ਉਹ ਖੁਦ ਡੇਰਾ ਸਿਰਸਾ ਤੋਂ ਬਾਦਲਾਂ ਲਈ ਵੋਟ ਮੰਗਣ ਲਈ ਤਨਖਾਹੀਆ ਸੀ। ਤੁਸੀਂ ਅਜਿਹੇ ਸ਼ਖਸ ਦੀ ਸਰਪ੍ਰਸਤਗੀ ਹੇਠ ਕਿਸ ਤਰੀਕੇ ਨਾਲ ਅਹੁਦਾ ਸੰਭਾਲ ਲਿਆ? ਤੇ ਜੇ ਤੁਹਾਨੂੰ ਪਤਾ ਹੈ ਤੇ ਤੁਸੀਂ ਇਸ ਨੂੰ ਤਲਬ ਕਰਕੇ ਇਸ ਨੂੰ ਬਰਖਾਸਤ ਕਿਉਂ ਨਹੀਂ ਕੀਤਾ? ਕੇਵਲ ਇੰਨਾ ਹੀ ਨਹੀਂ, ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜੋ ਕਿ ਆਪਣੀ ਹੀ ਕੁੜੀ ਦੇ ਕਤਲ ਦੇ ਵਿੱਚ ਲੰਮਾ ਸਮਾਂ ਜੇਲ੍ਹ ਵੀ ਕੱਟ ਕੇ ਆਈ ਹੈ ਔਰ ਕੇਸਾਂ ਦੀ ਬੇਦਬੀ ਤੇ ਅਕਸਰ ਉਹਦੇ ਤੇ ਦੋਸ਼ ਲੱਗਦੇ ਹਨ, ਕੀ ਤੁਸੀਂ ਅਜਿਹੀ ਇੱਕ ਸ਼ਖਸੀਅਤ ਨੂੰ ਅੱਜ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਵੀਕਾਰ ਕਰ ਸਕਦੇ ਹੋ? ਤੇ ਜੇ ਨਹੀਂ ਕਰ ਸਕਦੇ ਤੇ ਮੂਕ ਦਰਸ਼ਕ ਬਣੇ ਕਿਉਂ ਬੈਠੇ ਹੋ? ਕਿਉਂ ਕੁਝ ਨਹੀਂ ਕਹਿੰਦੇ? ਇਹ ਸਾਰੇ ਸਵਾਲ ਤੁਹਾਨੂੰ ਜਿਹੜੇ ਅਸੀਂ ਵੱਖ-ਵੱਖ ਕੜੀਆਂ ਦੇ ਵਿੱਚ ਪੁੱਛੇ, ਇਸ ਦੇ ਪਿੱਛੇ ਮਕਸਦ ਇਹ ਨਹੀਂ ਕਿ ਅਸੀਂ ਇਹ ਸਵਾਲ ਤੁਹਾਨੂੰ ਤਾਂ ਪੁੱਛਦੇ ਹਾਂ ਕਿ ਅਸੀਂ ਤੁਹਾਨੂੰ ਮੰਨਦੇ ਹਾਂ। ਨਹੀਂ, ਅਸੀਂ ਸਰਬੱਤ ਖਾਲਸਾ 'ਚ ਵਿਸ਼ਵਾਸ ਰੱਖਦੇ ਹਾਂ ਔਰ ਸਾਡਾ ਅਕਾਲ ਤਖਤ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਹੈ। ਪਰ ਕਿਉਂਕਿ ਸਾਡੇ ਪਾਵਨ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਤੁਹਾਡੇ ਕੋਲ ਹੈ, ਇਸ ਕਰਕੇ ਤੁਹਾਨੂੰ ਇਹ ਸਵਾਲ ਸਿੱਖ ਸੰਗਤ ਦੇ ਪੁੱਛਣੇ ਜ਼ਰੂਰੀ ਨੇ। ਤੇ ਜੇ ਤੁਸੀਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਸੈਂਟੀਮੈਂਟ ਯੂਜ਼ ਕਰਕੇ ਸਾਡੇ ਖਿਲਾਫ ਇਸਤੇਮਾਲ ਕਰੋਗੇ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੀ ਹਲਕੀ ਸ਼ਖਸੀਅਤ ਹੋ। ਜੇ ਤੁਸੀਂ ਸਹੀ ਮਾਇਨੇ 'ਚ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦੇ ਹੋ ਤੇ ਜਿਹੜੀ ਪਦਵੀ ਤੇ ਤੁਸੀਂ ਬੈਠਣ ਦਾ ਦਾਅਵਾ ਕਰਦੇ ਹੋ, ਤੇ ਆਓ ਫਿਰ ਸੰਗਤਾਂ ਦੀ ਕਚਹਿਰੀ ਵਿੱਚ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਦਿਓ। ਤੇ ਜੇ ਜਵਾਬ ਨਹੀਂ ਦੇ ਸਕਦੇ ਤੇ ਆਪਣੇ ਉੱਤੇ ਜਿਹੜੇ ਤੁਹਾਡੇ ਉੱਤੇ ਪ੍ਰੈਸ਼ਰਸ ਨੇ ਉਹਨਾਂ ਦਾ ਹੀ ਖੁਲਾਸਾ ਕਰ ਦਿਓ ਤਾਂ ਕਿ ਸੰਗਤਾਂ ਕੁਛ ਤਾਂ ਸਮਝ ਸਕਣ, ਕੁਛ ਤਾਂ ਜਾਣ ਸਕਣ। ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲੀ ਡਿਬੇਟ, ਇੱਕ ਲਾਈਵ ਡਿਬੇਟ ਦੇ ਵਿੱਚ ਆਉਣ ਦਾ ਸੱਦਾ ਦਿੰਦੇ ਹਾਂ। ਜੇ ਉਹ ਚਾਹੁੰਦੇ ਨੇ, ਜੇ ਉਹ ਸੋਚਦੇ ਨੇ ਕਿ ਉਹ ਸੰਗਤਾਂ ਦੀ ਕਚਹਿਰੀ ਸੁਰਖਰੂ ਹੋ ਸਕਦੇ ਹਨ, ਤੇ ਆਓ ਸਾਡੇ ਨਾਲ ਖੁੱਲੀ ਡਿਬੇਟ ਕਰੋ ਤਾਂ ਕਿ ਅਸੀਂ ਤੁਹਾਨੂੰ ਸਵਾਲ ਪੁੱਛ ਸਕੀਏ, ਤੁਸੀਂ ਸਾਨੂੰ ਵੀ ਸਵਾਲ ਪੁੱਛ ਸਕੋ ਤਾਂ ਕਿ ਸੰਗਤ ਨਿਰਣਾ ਆਪਣੀ ਕਚਹਿਰੀ 'ਚ ਕੱਢ ਸਕੇ।